ਪ੍ਰੋਸੈਸ ਹੈ ਉਹ ਦੇਖਦੇ ਹਾਂ। Process adopted to adapt the knowledge, skill and abilities of the employees in accordance with the needs of his functional post is known as training। ਸੋ ਇਹਦੇ ਵਿੱਚ ਉਹ ਤਰੀਕਾ ਜਿਹੜਾ ਅਸੀਂ ਅਪਣਾਉਂਦੇ ਹਾਂ ਨੌਲੇਜ ਨੂੰ ਅਕਵਾਇਰ ਕਰਨ ਦੇ ਲਈ, ਨੌਲੇਜ ਨੂੰ ਪ੍ਰਾਪਤ ਕਰਨ ਲਈ, ਸਕਿੱਲਸ ਨੂੰ ਪ੍ਰਾਪਤ ਕਰਨ ਲਈ, ਐਬਿਲਿਟੀਜ਼ ਨੂੰ ਪ੍ਰਾਪਤ ਕਰਨ ਲਈ, ਤਾਂ ਜਿਹੜੀਆਂ ਫੰਕਸ਼ਨਲ ਪੋਸਟ ਦੇ ਅਕੋਰਡਿੰਗ, ਮਤਲਬ ਜੇ ਕੋਈ ਬੰਦਾ ਮੰਨ ਲਓ ਮਸ਼ੀਨ ਦੇ ਉੱਪਰ ਵਰਕ ਕਰੂਗਾ ਤਾਂ ਉਹਨੂੰ ਮਸ਼ੀਨ ਪਹਿਲਾਂ ਚਲਾਉਣੀ ਆਉਣੀ ਚਾਹੀਦੀ ਹੈ। ਜੇ ਕੋਈ ਕਲੈਰੀਕਲ ਵਰਕ ਕਰੂਗਾ ਤਾਂ ਉਹਨੂੰ ਫਾਈਲਸ ਬਾਰੇ ਦੱਸਿਆ ਜਾਊਗਾ। ਤਾਂ ਉਸਨੂੰ ਇਸ ਚੀਜ਼ ਬਾਰੇ ਨੌਲੇਜ ਦੇਣ ਨੂੰ ਜਾਂ ਉਹਦੀਆਂ ਜਿਹੜੀਆਂ ਸਕਿੱਲਸ ਨੂੰ ਇੰਪਰੂਵ ਕਰਨ ਦੇ ਲਈ ਜਿਹੜੀ ਵੀ ਉਹਨੂੰ ਆਪਾਂ ਇਨਫੋਰਮੇਸ਼ਨ ਦਿੰਦੇ ਹਾਂ ਜਾਂ ਮੈਥਡ ਯੂਜ਼ ਕਰਦੇ ਹਾਂ ਉਹਨੂੰ ਅਸੀਂ ਟ੍ਰੇਨਿੰਗ ਕਹਿੰਦੇ ਹਾਂ। whenever an employee is placed on a specific functional post, requisite training is imparted to him after that। ਸੋ ਜਦੋਂ ਵੀ ਕਿਸੇ ਇੰਪਲੋਈ ਨੂੰ ਅਸੀਂ ਕਿਸੇ ਪਰਟੀਕੂਲਰ ਫੰਕਸ਼ਨਲ ਪੋਸਟ 'ਤੇ ਲਗਾ ਦਿੰਦੇ ਹਾਂ ਵੀ ਤੇਰੀ ਆਹ ਜੋਬ ਆ, ਤੂੰ ਆਹ ਪਰਫੋਰਮ ਕਰਨੀ ਹੈ, ਬਟ ਉਸ ਤੋਂ ਪਹਿਲਾਂ ਉਹਨੂੰ ਇੱਕ ਰਿਕੁਆਇਰਡ ਇਹ ਚੀਜ਼ ਦੀ ਲੋੜ ਪੈਂਦੀ ਹੈ ਕਿ ਉਹਨੂੰ ਟ੍ਰੇਨਿੰਗ ਵੀ ਇੰਪਾਰਟ ਕੀਤੀ ਜਾਵੇ, ਮਤਲਬ ਇੰਪਾਰਟੈਂਟ ਹੁੰਦਾ ਗਿਵ ਕਰਨਾ, ਮਤਲਬ ਟ੍ਰੇਨਿੰਗ ਵੀ ਉਹਨੂੰ ਦਿੱਤੀ ਜਾਵੇ। ਅੰਡਰ ਦਿਸ ਪ੍ਰੋਸੈਸ the employee acquires knowledge, skill and expertise required for working efficiently on his functional post। ਹੁਣ ਇਸ ਪ੍ਰੋਸੈਸ ਦੇ ਵਿੱਚ ਕੀ ਹੁੰਦਾ, ਕਿਹੜਾ ਇੱਕ ਇੰਪਲੋਈ ਹੁੰਦਾ ਉਹ ਇੱਕ ਨੌਲੇਜ ਨੂੰ ਜਾਂ ਸਕਿੱਲਸ ਨੂੰ ਜਾਂ ਇੱਕ ਐਕਸਪਰਟੀਜ਼ ਨੂੰ ਅਕਵਾਇਰ ਕਰਦਾ, ਪ੍ਰਾਪਤ ਕਰ ਲੈਂਦਾ, ਜਿਹੜੀਆਂ ਕਿ ਉਹ ਆਪਦੀ ਫੰਕਸ਼ਨਲ ਪੋਸਟ ਨੂੰ ਜਿਹਦੇ ਨਾਲ ਉਹ ਐਫੀਸ਼ੀਐਂਟ ਤਰੀਕੇ ਨਾਲ ਪਰਫੋਰਮ ਕਰ ਪਾਵੇ। The employee may be imparted training either formally through a training institute or may be given an opportunity to work along with some other employees in the organization so that he may get required training। ਤਾਂ ਜਿਹੜਾ ਉਹ ਇੰਪਲੋਈ ਆ ਹੋ ਸਕਦਾ ਉਹਨੂੰ ਕਿਸੇ ਅਲੱਗ ਤੋਂ ਇੰਸਟੀਟਿਊਟ 'ਚ ਲਿਜਾ ਕੇ ਉਹਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਜਾਵੇ ਕੰਮ ਦੀ, ਜਾਂ ਫਿਰ ਹੋ ਸਕਦਾ ਹੈ ਕਿ ਉਹ ਆਪਦੇ ਜਿਹੜੇ ਪਹਿਲਾਂ ਤੋਂ ਇੰਪਲੋਈ ਲੱਗੇ ਉਹਨਾਂ ਦੇ ਨਾਲ ਕੁਝ ਸਮਾਂ ਕੰਮ ਕਰੇ ਅਤੇ ਉਹਨਾਂ ਤੋਂ ਹੀ ਟ੍ਰੇਨਿੰਗ ਲੈ ਲਵੇ। ਹੁਣ ਇਸ ਤੋਂ ਬਾਅਦ ਟ੍ਰੇਨਿੰਗ ਤੋਂ ਬਾਅਦ ਹੈ ਜੀ ਆਪਣੇ ਕੋਲ ਡਿਵੈਲਪਮੈਂਟ। ਲਾਈਕ ਟ੍ਰੇਨਿੰਗ, when an employee work in an organization there is need for improvement and development in his knowledge, skill and expertise। ਹੁਣ ਦੇਖੋ ਇਹ ਨਹੀਂ ਹੁੰਦਾ ਵੀ ਇੱਕ ਵਾਰ ਟ੍ਰੇਨਿੰਗ ਲੈ ਲਈ ਉਸ ਤੋਂ ਬਾਅਦ ਉਹ ਕੰਮ ਖਤਮ ਹੋ ਗਿਆ। ਸੋ ਜਦੋਂ ਵੀ ਉਹ ਇੰਪਲੋਈ ਆਰਗੇਨਾਈਜੇਸ਼ਨ 'ਚ ਕੰਮ ਕਰਦਾ ਤਾਂ ਲੋੜ ਪੈਂਦੀ ਆ ਕਿ ਉਹਦੀਆਂ ਜਿਹੜੀਆਂ ਉਹਦੀ ਨੌਲੇਜ ਦੇ ਵਿੱਚ, ਉਹਦੀ ਸਕਿੱਲ ਦੇ ਵਿੱਚ ਡਿਵੈਲਪਮੈਂਟ ਵੀ ਹੁੰਦੀ ਰਹੇ ਅਤੇ ਇੰਪਰੂਵਮੈਂਟ ਹੁੰਦੀ ਰਹੇ, ਸੁਧਾਰ ਹੁੰਦਾ ਰਹੇ। ਸੋ ਦਿਸ ਇਜ਼ ਡਨ ਅੰਡਰ ਦ ਪ੍ਰੋਸੈਸ ਆਫ ਡਿਵੈਲਪਮੈਂਟ। ਅੰਡਰ ਦਿਸ ਪ੍ਰੋਸੈਸ ਇੰਪਲੋਈਜ਼ ਆਰ ਗਿਵਨ ਓਪਰਚੁਨਿਟੀ ਟੂ ਇੰਪਰੂਵ ਐਂਡ ਡਿਵੈਲਪ ਦੇਅਰ ਪਰਸਨਲ ਨੌਲੇਜ। ਸੋ ਇਸ ਪ੍ਰੋਸੈਸ ਦੇ ਅੰਡਰ ਜਿਹੜੇ ਇੰਪਲੋਈ ਹੁੰਦੇ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਕਿ ਉਹ ਆਪਣੀਆਂ ਜਿਹੜੀਆਂ ਅਬਿਲਿਟੀਜ਼ ਨੇ, ਆਪਣੀ ਨੌਲੇਜ ਆ ਉਹਨੂੰ ਹੋਰ ਇੰਪਰੂਵ ਕਰ ਸਕਣ। ਐਂਡ ਸਕਿੱਲਸ ਅਕੋਰਡਿੰਗਸ ਵਿਦ ਦਾ ਸਰਕਮਸਟਾਂਸਿਸ ਐਂਡ ਨੀਡ। ਐਂਡ ਜਿਵੇਂ ਜਿਵੇਂ ਹਾਲਾਤ ਦੇ ਹਿਸਾਬ ਨਾਲ ਜਾਂ ਜ਼ਰੂਰਤ ਦੇ ਹਿਸਾਬ ਨਾਲ ਉਹ ਆਪਣੀਆਂ ਸਕਿੱਲਸ ਨੂੰ ਇੰਪਰੂਵ ਕਰ ਸਕਣ। ਨੈਕਸਟ ਇਹਦੇ ਵਿੱਚ ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਆਪਣੇ ਕੋਲੇ ਰੈਮੂਨਰੇਸ਼ਨ। ਰੈਮੂਨਰੇਸ਼ਨ ਹੁੰਦਾ ਵੀ ਜਦੋਂ ਕੰਮ ਕਰਦੇ ਆ ਤਾਂ ਉਹਨਾਂ ਨੂੰ ਸੈਲਰੀ ਵਗੈਰਾ ਕਾਹਦੇ ਬੇਸਿਸ 'ਤੇ ਦਿੰਦੇ ਆ। Every employee is paid remuneration for making contribution in the organization। ਹਰ ਇੱਕ ਪਰਸਨ ਨੂੰ ਰੈਮੂਨਰੇਸ਼ਨ ਦਿੱਤੀ ਜਾਂਦੀ ਹੈ ਜਿਹੜਾ ਵੀ ਉਹ ਆਪਦਾ ਕੰਟਰੀਬਿਊਸ਼ਨ ਜਾਂ ਆਪਾਂ ਕਹਿ ਦਈਏ ਯੋਗਦਾਨ ਪਾਉਂਦਾ ਕਿਸੇ ਵੀ ਸੰਸਥਾ ਦੇ ਲਈ। ਰੈਮੂਨਰੇਸ਼ਨ ਇਨਕਲੂਡ ਵੇਜਿਸ, ਸੈਲਰੀ, ਅਲਾਉੈਂਸਿਸ, ਬੋਨਸ ਐਂਡ ਫ੍ਰੀ ਫੈਸਿਲਿਟੀਜ਼। ਸੋ ਇਹ ਕੁਛ ਤਰੀਕੇ ਨੇ ਜਿਹਦੇ ਨਾਲ ਆਪਾਂ ਰੈਮੂਨਰੇਸ਼ਨ ਦੇ ਸਕਦੇ ਹਾਂ। ਦਿਹਾੜੀ ਹੋ ਸਕਦੀ ਆ, ਤਨਖਾਹ ਹੋ ਸਕਦੀ ਆ, ਕੁਛ ਅਲਾਉੈਂਸ ਹੋ ਸਕਦੇ ਆ, ਕੁਛ ਬੋਨਸ ਮਨੀ ਹੋ ਸਕਦੀ ਆ, ਕੁਛ ਫ੍ਰੀ ਫੈਸਿਲਿਟੀਜ਼ ਹੋ ਸਕਦੀਆਂ ਨੇ। employees may be paid remuneration as per time based system or efficiency based system or as per the system developed on the basis of combination of the both of these systems। ਸੋ ਕਿਸੇ ਵੀ ਇੰਪਲੋਈ ਨੂੰ ਜਿਹੜੀ ਤਨਖਾਹ ਵਾ ਜਾਂ ਰੈਮੂਨਰੇਸ਼ਨ ਆ ਉਹ ਟਾਈਮ ਬੇਸਡ ਵੀ ਹੋ ਸਕਦੀ ਆ, ਮਤਲਬ ਵੀ 8 ਘੰਟੇ ਕੰਮ ਕੀਤੇ ਸੈਲਰੀ ਦੇਣੀ ਆ ਉਹਨੂੰ, ਜਾਂ ਫਿਰ ਉਹਦੀ ਐਫੀਸ਼ੀਐਂਸੀ ਵੀ ਜਿਹੜਾ ਵਧੀਆ ਕੰਮ ਕਰੂਗਾ ਉਹਦੇ ਹਿਸਾਬ ਨਾਲ ਦੇਣੀ, ਜਾਂ ਫਿਰ ਇਹਨਾਂ ਦੋਨਾਂ ਦਾ ਇੱਕ ਕੰਬੀਨੇਸ਼ਨ ਦਾ ਇੱਕ ਸਿਸਟਮ ਵੀ ਹੋ ਸਕਦਾ, ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਜਿਹੜੀ ਸੈਲਰੀ ਉਹ ਦਿੱਤੀ ਜਾਂਦੀ ਆ। Under time-based system, remuneration is paid on the basis of working hours on daily, weekly, monthly or annual basis। ਸੋ ਜਿਹੜਾ ਟਾਈਮ ਬੇਸ ਆ ਇਹਦੇ ਵਿੱਚ ਤਨਖਾਹ ਵਾ ਜਿਹੜੀ ਉਹ ਘੰਟਿਆਂ ਦੇ ਹਿਸਾਬ ਨਾਲ ਜਾਂ ਦਿਨਾਂ ਦੇ ਹਿਸਾਬ ਨਾਲ ਜਾਂ ਹਫ਼ਤਿਆਂ ਦੇ ਹਿਸਾਬ ਨਾਲ, ਮਹੀਨਿਆਂ ਜਾਂ ਸਾਲ ਦੇ ਹਿਸਾਬ ਨਾਲ ਦਿੱਤੀ ਜਾਂਦੀ ਆ। Under efficiency based system, employees is paid ਰੈਮੂਨਰੇਸ਼ਨ ਔਨ ਦਾ ਬੇਸਿਸ ਆਫ ਯੂਨਿਟਸ ਆਫ ਆਊਟਪੁੱਟ। ਜਿਹੜੀ ਐਫੀਸ਼ੀਐਂਸੀ ਬੇਸਡ ਆ ਉਹਦੇ 'ਚ ਆਈ ਹੁੰਦਾ ਵੀ ਜਿੰਨੀਆਂ ਤੁਸੀਂ ਨੰਬਰ ਆਫ ਯੂਨਿਟਸ ਬਣਾਓਗੇ ਉਹਦੇ ਹਿਸਾਬ ਨਾਲ ਤੁਹਾਨੂੰ ਤਨਖਾਹ ਦਿੱਤੀ ਜਾਊਗੀ। ਲਾਈਕਵਾਈਜ਼ ਇਫ ਇੰਪਲੋਈਜ਼ ਆਰ ਪੇਡ ਐਫੀਸ਼ੀਐਂਸੀ ਬੇਸਡ ਰੈਮੂਨਰੇਸ਼ਨ ਅਲੋਂਗ ਵਿਦ ਦਾ ਮਿਨੀਮਮ ਮੰਥਲੀ ਰੈਮੂਨਰੇਸ਼ਨ ਦੈਨ ਦਿਸ ਸਿਸਟਮ ਆਫ ਪੇਇੰਗ ਰੈਮੂਨਰੇਸ਼ਨ ਵਿਲ ਬੀ ਦਾ ਕੰਬੀਨੇਸ਼ਨ ਆਫ ਟਾਈਮ ਬੇਸਡ ਸਿਸਟਮ ਐਂਡ ਐਫੀਸ਼ੀਐਂਸੀ ਬੇਸਡ ਸਿਸਟਮ। ਮੰਨ ਲਓ ਵੀ ਕਿਸੇ ਪਰਸਨ ਨੂੰ ਨਾਲੇ ਤਾਂ ਜਿੰਨੇ ਉਹ ਬਾਕਸ ਬਣਾਉਂਦਾ ਵਾ ਉਹਦੇ ਹਿਸਾਬ ਨਾਲ ਪਲੱਸ ਮਹੀਨੇ ਦੀ ਤਾਂ ਦੇਣੀ ਤਨਖਾਹ, ਉਹਦੇ ਹਿਸਾਬ ਨਾਲ ਤਨਖਾਹ ਮਿਲਦੀ ਹੈ, ਤਾਂ ਇਟ ਮੀਨਸ ਇਹ ਐਫੀਸ਼ੀਐਂਸੀ ਅਤੇ ਟਾਈਮ ਬੇਸਡ ਸਿਸਟਮ ਦੋਨਾਂ ਦਾ ਕੰਬੀਨੇਸ਼ਨ ਆ।
ठीक है। एन एम्प्लॉई मस्ट बी पेड रेमुनरेशन इन अकॉर्डेंस विद हिज कंट्रीब्यूशन इन द फंक्शनस ऑफ द ऑर्गेनाइजेशन। कोई भी इंप्लॉई ਆ ਜਿਹੜਾ ਤੁਹਾਡੀ ਸੰਸਥਾ 'ਚ ਕੰਮ ਕਰਦਾ ਵਾ ਉਹਨੂੰ ਆਪਾਂ ਜਿਹੜੀ ਸੈਲਰੀ ਆ ਉਹ ਇਹ ਦੇਖ ਕੇ ਦੇਣੀ ਆ ਵੀ ਉਹ ਕਿੰਨਾ ਕੁ ਸਾਡੇ ਲਈ ਯੋਗਦਾਨ ਪਾ ਰਿਹਾ। This will benefit both the employee and the owner or managers, and no conflict will arise regarding the payment of the remuneration. ਸੋ ਇਹਦੇ ਨਾਲ ਦੋਨਾਂ ਨੂੰ ਫਾਇਦਾ ਹੋਊਗਾ, ਇੰਪਲੋਈ ਨੂੰ ਵੀ ਫਾਇਦਾ ਹੋਊਗਾ ਕਿਉਂਕਿ ਜੇ ਉਹਨੂੰ ਹੋਊਗਾ ਕਿ ਮੈਂ ਵੱਧ ਮਿਹਨਤ ਕਰ ਰਿਹਾ ਮੈਨੂੰ ਵੱਧ ਸੈਲਰੀ ਮਿਲ ਰਹੀ ਆ, ਅਤੇ ਇਹਦੇ ਨਾਲ ਓਨਰਸ ਨੂੰ ਵੀ ਬੈਨੀਫਿਟ ਹੋਊਗਾ। ਠੀਕ ਆ, ਅਤੇ ਇਹਦੇ ਨਾਲ ਜਿਹੜੀ ਕੋਈ ਵੀ ਪ੍ਰੋਬਲਮ ਆ, ਕੋਈ ਵੀ ਕਨਫਲਿਕਟ ਆ, ਕੋਈ ਲੜਾਈ ਝਗੜਾ ਪੇਮੈਂਟ ਦਾ ਉਹਨਾਂ ਦੇ ਵਿੱਚ ਨਹੀਂ ਹੋਊਗਾ। ਨੈਕਸਟ ਇਹਦੇ ਵਿੱਚ ਹੈ ਆਪਣੇ ਕੋਲੇ